ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 32ਵਾਂ ਚੌਥੇ ਕਾਂਡ ਦਾ 11ਵਾਂ ਭਾਗ ਕੌੜਾ ਸੱਚ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਈਸ਼ਰ ਸਿੰਘ ਨਾਰਾ ਜੀ ਨੇ ਗੁਰੂ ਸਾਹਿਬਾਨ ਨੂੰ ਜਿਨ੍ਹਾਂ ਅਵਤਾਰਾਂ ਦੇ ਵੰਸ਼ਕ ਲਿਖਿਆ ਹੈ, ਉਹਨਾਂ ਮਿਥਿਹਾਸਕ ਅਵਤਾਰਾਂ ਅਤੇ ਦੇਵਤਿਆਂ ਦੀ ਕਥਿਤ ਰੱਬੀ ਸ਼ਕਤੀ ਦਾ ਅਥਵਾ ਉਹਨਾਂ ਦੀ ਹੋਂਦ ਦਾ ਹੀ ਭਰਮ ਦੂਰ ਕਰਨ ਵਾਸਤੇ ਬ੍ਰਾਹਮਣ ਦੀ ਵਿਚਿੱਤਰ ਕੁਟਲਤਾ ਵੱਲ ਧਿਆਨ ਦਿਵਾਇਆ ਹੈ। ਜਿਵੇਂ ਕਿਸੇ ਮਨੁੱਖ ਨੂੰ ਦੁਨੀਆ ਵਿੱਚ ਸਭ ਤੋਂ ਤਾਕਤਵਰ ਮਨੁੱਖ ਦਾ ਖਿਤਾਬ ਦੇ ਕੇ ਸਨਮਾਨਿਆ ਜਾ ਰਿਹਾ ਹੋਵੇ, ਪਰ ਉਸ ਦੀ ਸ਼ਕਤੀ ਦੇ ਸੋਹਲੇ ਇਹ ਆਖ ਕੇ ਗਾਏ ਜਾਣ ਕਿ ਉਸ ਨੇ 6 ਮਹੀਨੇ ਦੇ ਕਾਕੇ ਨੂੰ ਚੁੱਕ ਲੈਣ ਦੀ ਅਦੁੱਤੀ ਸ਼ਕਤੀ ਵਿਖਾਈ ਹੈ, ਤਾਂ ਕਿ ਇਹ ਉਸ ਪਹਿਲਵਾਨ ਦੀ ਵਡਿਆਈ ਹੋਵੇਗੀ ਕਿ ਜਾਂ ਇੱਕ ਕੋਝਾ ਮਖੌਲ। ਬ੍ਰਾਹਮਣ ਨੇ ਵੀ ਆਪਣੇ ਪਰਮੇਸ਼ਵਰ ਦੀ ਸ਼ਕਤੀ ਦਾ ਅਜਿਹਾ ਹੀ ਮੌਜੂ ਉਡਾਇਆ ਹੈ। ਗੁਰਦੇਵ ਜੀ ਦਾ ਫਰਮਾਨ ਹੈ, ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ, ਅੰਦੋਲੇ ਦਹ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਭਇਆ, ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਹਿਆ ਲਿਵ ਲਾਏ। ਰਹਾਉ ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਭਇਆ, ਕਿਆ ਤੂੰ ਪੁਰਖ ਜੋਰੂ ਕੌਣ ਕਹੀਐ, ਸਰਬ ਨਿਰੰਤਰ ਰਵ ਰਹਿਆ, ਨਾਲ ਕੁਟੰਬ ਸਾਥ ਵਰਤਦਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਆਗੇ ਅੰਤ ਨ ਪਾਇਓ ਤਾਕਾ, ਕੰਸ ਛੇਦ ਕਿਆ ਵੱਡਾ ਭਇਆ, ਰਤਨ ਉਪਾਏ ਧਰੇ ਖੀਰ ਮਥਿਆ, ਹੋਰ ਪਖਲਾਏ ਜੇ ਅਸੀਂ ਕੀਆ, ਕਹੇ ਨਾਨਕ ਛਪੇ ਕਿਉਂ ਛਪਿਆ, ਏਕੀ ਏਕੀ ਵੰਡ ਦੀਆ। ਪੰਨਾ 350। ਅਰਥ, ਜਿਸ ਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ, ਭਾਵੇਂ ਸਾਰੇ ਵਿਰੋਧੀ ਤੱਤਾਂ ਨੂੰ ਰਚਿਆ ਅਤੇ ਫਿਰ ਇਹਨਾਂ ਨੂੰ ਇੱਕ ਥਾਂ ਇਕੱਠੇ ਕਰਕੇ ਜਗਤ ਰਚਨਾ ਕਰਕੇ ਇਸ ਅਚਰਜ ਲੀਲਾ ਵਾਲੇ ਕੌਤਕ ਨਾਲ ਸਾਰੀ ਸਿਰਜਣਾ ਨੂੰ ਨੇਮਬੱਧ ਢੰਗ ਨਾਲ ਚਲਾ ਰਿਹਾ ਹੈ, ਜਿਸ ਤੋਂ ਦਿਸਦਾ ਹੈ ਕਿ ਪ੍ਰਭੂ ਬੇਅੰਤ ਵਡਿਆਈ ਅਤੇ ਸ਼ਕਤੀ ਦਾ ਮਾਲਕ ਹੈ। ਅਤੇ ਹਰਨ ਭਰਨ ਜਾਕਾ ਨੇਤਰ ਫੋਰ ਸੁਖਮਨੀ ਸਾਹਿਬ, ਜੋ ਅੱਖ ਝਮਕਣ ਦੇ ਸਮੇਂ ਵਿੱਚ ਸਾਰੀ ਸਿਰਜਣਾ ਕਰਕੇ ਪਰਲੇ ਕਰ ਸਕਦਾ ਹੈ, ਉਸ ਅਥਾਹ ਸ਼ਕਤੀਆਂ ਦੇ ਮਾਲਕ ਅਕਾਲ ਪੁਰਖ ਨੂੰ ਕਹਿਣਾ ਕਿ ਉਸਨੇ ਰਾਵਣ ਨੂੰ ਮਾਰ ਦਿੱਤਾ ਸੀ, ਇਸ ਨਾਲ ਕਿਸੇ ਰਾਜਾ ਰਾਮ ਦੀ ਵਡਿਆਈ ਤਾਂ ਭਾਵੇਂ ਸਮਝੀ ਜਾ ਸਕੇ, ਪਰ ਪ੍ਰਭੂ ਰਾਮ ਦੇ ਨਾਮ ਨਾਲ ਅਜਿਹਾ ਮਾਮੂਲੀ ਸਾਕਾ ਜੋੜਨਾ ਉਸ ਦੀ ਨਰਾਦਰੀ ਕਰਨੀ ਹੈ। ਅਤੇ ਗਾਥਾ ਅਨੁਸਾਰ ਰਾਵਣ ਨੇ ਮੌਤ ਆਪਣੀ ਹੀ ਮੂਰਖਤਾਈ ਨਾਲ ਸਹੇੜੀ ਸੀ। ਕਿਸੇ ਮੂਰਖ ਨੂੰ ਮਾਰ ਦੇਣ ਨਾਲ ਕੀ ਰੱਬ ਵੱਡਾ ਹੋ ਗਿਆ ਸੀ? ਭਾਵ ਰਾਮ ਨੂੰ ਰੱਬ ਕਹਿ ਕੇ ਉਸ ਦੇ ਨਾਮ ਨਾਲ ਰਾਵਣ ਦੇ ਮਾਰਨ ਦੀ ਬਹਾਦਰੀ ਜੋੜ ਕੇ ਸਾਬਤ ਕਰ ਦਿੱਤਾ ਕਿ ਉਹ ਮਾਮੂਲੀ ਸ਼ਕਤੀ ਵਾਲਾ ਮਨੁੱਖ ਸੀ। ਹੇ ਪ੍ਰਭੂ, ਤੇਰੀ ਵਡਿਆਈ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਤੂੰ ਸਭ ਜੀਵਾਂ ਵਿੱਚ ਵਿਆਪਕ ਹੈ। ਰਹਾਉ ਹੇ ਅਕਾਲ ਪੁਰਖ, ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰਕੇ ਸਭਨਾਂ ਦੀ ਜੀਵਨ ਜੁਗਤ ਤੂੰ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਭਾਵ ਸਾਰੀ ਸਿਰਜਣਾ ਦਾ ਇੱਕ ਕਿਣਕਾ ਵੀ ਅਜਿਹਾ ਨਹੀਂ ਜੋ ਤੈਥੋਂ ਬਿਨਾਂ ਹੋਵੇ, ਅਥਵਾ ਸਭ ਕੁਝ ਤੇਰੇ ਵਾਸ ਵਿੱਚ ਹੈ। ਸਮੁੱਚਾ ਅਥਾਹ ਵਿਸਤਾਰਾ ਤੇਰੇ ਹੁਕਮ ਵਿੱਚ ਵਿਚਰਿਆ ਹੈ। ਆਪ ਨਾਥ ਨਾਥੀ ਸਭ ਜਾਤੀ। ਜਪਜੀ ਸਾਹਿਬ। ਤੂੰ ਆਪ ਅਜਿਹਾ ਨਾਥ ਹੈ ਜਿਸ ਨੇ ਸਾਰੀ ਸਿਰਜਣਾ ਨੱਥੀ ਹੋਈ ਹੈ। ਫਿਰ ਇੱਕ ਕਾਲੀ ਨਾਗ ਨੂੰ ਨੱਥ ਲੈਣ ਵਾਲਾ ਰੱਬ ਕਿਵੇਂ ਹੋ ਗਿਆ? ਮਦਾਰੀ ਤਾਂ ਕਈ ਸੱਪ ਨੱਥੀ ਫਿਰਦਾ ਹੈ। ਮਦਾਰੀਆਂ ਵਾਲਾ ਕੰਮ ਪ੍ਰਭੂ ਦੇ ਨਾਮ ਨਾਲ ਮੜ ਕੇ ਉਸ ਦੀ ਨਰਾਦਰੀ ਨਾ ਕਰੋ। ਨਾ ਤੂੰ ਕਿਸੇ ਖਾਸ ਇਸਤਰੀ ਦਾ ਖਸਮ ਹੈ, ਨਾ ਕੋਈ ਇਸਤਰੀ ਤੇਰੀ ਵਹੁਟੀ ਹੀ ਹੈ, ਤੂੰ ਤਾਂ ਸਭ ਜੀਵਾਂ ਦੇ ਅੰਦਰ ਇੱਕ ਰਸ ਮੌਜੂਦ ਹੈ। ਭਾਵ ਪਰਮਾਤਮਾ ਸਾਰੇ ਸੰਸਾਰ ਦੇ ਅਰਬਾਂ ਖਰਬਾਂ ਮਰਦਾਂ ਅਤੇ ਇਸਤਰੀਆਂ ਵਿੱਚ ਨਿਰੰਤਰ ਵਾਸ ਕਰਦਾ ਹੈ। ਭਾਗਵਤ ਪੁਰਾਣ ਦੇ ਸਕੰਦ ਨੰਬਰ 10 ਅਤੇ ਅਧਿਆਇ 90 ਵਿੱਚ ਲਿਖਿਆ ਹੈ ਕਿ ਭਗਵਾਨ ਕ੍ਰਿਸ਼ਨ ਦੀਆਂ 16,108 ਰਾਣੀਆਂ ਸਨ। ਇੰਨੇ ਹੀ ਰੂਪ ਧਾਰ ਕੇ ਉਸ ਨੂੰ ਭੋਗਦਾ ਸੀ। ਫਿਲਮਾਂ ਦੁਆਰਾ ਵੀ ਇਹ ਦੱਸਣ ਵਿੱਚ ਵਡਿਆਈ ਸਮਝੀ ਜਾਂਦੀ ਹੈ ਕਿ ਭਗਵਾਨ ਰਾਤ ਨੂੰ ਸਭ ਇਸਤਰੀਆਂ ਕੋਲ ਹੁੰਦਾ ਸੀ। ਬੇਅੰਤ ਜੀਵਾਂ ਵਿੱਚ ਵਿਚਰਦੇ ਪਰਮਾਤਮਾ ਨੂੰ
ਗਿਣਤੀਆਂ ਦੀਆਂ ਇਸਤਰੀਆਂ ਕੋਲ ਦੱਸ ਕੇ ਉਸ ਨੂੰ ਬਹੁਤ ਨੀਵਾਂ ਕੀਤੇ ਜਾਣ ਦਾ ਘੋਰ ਪਾਪ ਕੀਤਾ ਜਾ ਰਿਹਾ ਹੁੰਦਾ। ਭਾਵ ਇਹ ਕਹਿ ਕੇ ਤੁਸਾਂ ਆਪ ਹੀ ਸਾਬਤ ਕਰ ਦਿੱਤਾ ਕਿ ਕ੍ਰਿਸ਼ਨ ਰੱਬ ਨਹੀਂ ਸੀ, ਸਗੋਂ ਇੱਕ ਵਿਸ਼ਈ ਜਾਦੂਗਰ ਸੀ। ਬ੍ਰਾਹਮਣ ਨੇ ਆਪ ਹੀ ਇਹ ਗਾਥਾ ਮਸ਼ਹੂਰ ਕੀਤੀ ਹੋਈ ਹੈ ਕਿ ਵਿਸ਼ਨੂੰ ਦੀ ਧੁਨੀ ਵਿੱਚੋਂ ਕੌਲ ਫੁੱਲ ਨਿਕਲਿਆ, ਜਿਸ ਦੀ ਨਾਭ ਵਿੱਚੋਂ ਬ੍ਰਹਮਾ ਪੈਦਾ ਹੋਇਆ ਸੀ। ਆਪਣੀ ਪੈਦਾਇਸ਼ ਬਾਰੇ ਸ਼ੱਕ ਕਰਕੇ ਬ੍ਰਹਮਾ ਆਪਣੀ ਜਨਨੀ ਨਾਲ ਦਾ ਸਿਰਾ ਲੱਭਣ ਲਈ ਉਸ ਵਿੱਚ ਜਾ ਵੜਿਆ। ਕਈ ਯੁੱਗ ਉਸ ਦੇ ਵਿੱਚ ਹੀ ਭਟਕਦਾ ਰਿਹਾ, ਪਰ ਉਸ ਦਾ ਅੰਤ ਨਾ ਲੱਭਿਆ। ਜਿਸ ਵਿਸ਼ਨੂੰ ਭਗਵਾਨ ਦੀ ਧੁਨੀ ਵਿੱਚੋਂ ਉੱਗੇ ਫੁੱਲ ਦੀ ਨਾਲ ਦਾ ਅੰਤ ਬ੍ਰਹਮਾ ਵਰਗੇ ਦੇਵਤੇ ਨੂੰ ਨਹੀਂ ਲੱਭਾ, ਉਸ ਵਿਸ਼ਨੂੰ ਦਾ ਆਪਣਾ ਆਕਾਰ ਕਿੱਡਾ ਕੁ ਹੋਣਾ ਚਾਹੀਦਾ ਹੈ। ਅਰਥਾਤ ਪ੍ਰਭੂ ਨੂੰ ਬੇਅੰਤ ਵਿਸਥਾਰ ਵਾਲਾ ਅਤੇ ਬੇਅੰਤ ਸ਼ਕਤੀਆਂ ਦਾ ਮਾਲਕ ਦਰਸਾਇਆ ਹੈ। ਫਿਰ ਉਸ ਬੇਅੰਤ ਪ੍ਰਭੂ ਨੂੰ ਕੰਸ ਮਾਰਨ ਵਾਲਾ ਦੱਸਣ ਵਿੱਚ ਕੀ ਉਸ ਦੀ ਵਡਿਆਈ ਹੈ ਕਿ ਜਾਂ ਉਸ ਨੂੰ ਨੀਵਾਂ ਲਿਆ ਸੁੱਟਿਆ। ਭਾਵ ਤੁਸੀਂ ਆਪ ਹੀ ਸਾਬਤ ਕਰ ਦਿੱਤਾ ਕਿ ਕ੍ਰਿਸ਼ਨ ਰੱਬ ਨਹੀਂ ਸੀ। ਇੱਕ ਗਾਥਾ ਇਹ ਵੀ ਹੈ ਕਿ ਦੇਵਤਿਆਂ ਅਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਤੇ ਉਸ ਵਿੱਚੋਂ 14 ਰਤਨ ਕੱਢੇ। ਵੰਡਣ ਸਮੇਂ ਉਹ ਦੋਵੇਂ ਧੜੇ ਗੁੱਸੇ ਵਿੱਚ ਆ ਕੇ ਇਹ ਹੱਕ ਜਤਾਉਣ ਲੱਗ ਪਏ ਕਿ ਰਤਨ ਉਹਨਾਂ ਦੇ ਧੜੇ ਨੇ ਕੱਢੇ ਸਨ। ਆਪਣੇ ਵੱਲੋਂ ਪਰਮਾਤਮਾ ਦੀ ਵਡਿਆਈ ਦੱਸਣ ਲਈ ਬ੍ਰਾਹਮਣ ਨੇ ਗਾਥਾ ਵਿੱਚ ਇਹ ਲਿਖਿਆ ਹੈ ਕਿ ਪਰਮਾਤਮਾ ਨੇ ਮੋਹਣੀ ਅਵਤਾਰ ਭਾਵ ਬਹੁਤ ਮਨ ਮੋਹਣੀ ਇਸਤਰੀ ਦਾ ਰੂਪ ਧਾਰ ਕੇ ਦੈਂਤਾਂ ਨੂੰ ਆਪਣੇ ਰੂਪ ਤੇ ਭਰਮਾ ਲਿਆ ਅਤੇ ਰਤਨ ਇੱਕ ਇੱਕ ਕਰਕੇ ਵੰਡ ਦਿੱਤੇ। ਆਪਣੇ ਇਸਤਰੀ ਰੂਪ ਨਾਲ ਦੈਂਤਾਂ ਨੂੰ ਧੋਖੇ ਵਿੱਚ ਪਾ ਕੇ ਠੱਗ ਨੀਤੀ ਨਾਲ ਰਤਨ ਵੰਡਣ ਵਿੱਚ ਪਰਮਾਤਮਾ ਦੀ ਵਡਿਆਈ ਹੈ ਕਿ ਉਸ ਦੀ ਬਦਨਾਮੀ ਕੀਤੀ ਹੈ। ਅਜਿਹੀ ਬਦਨਾਮੀ ਵਾਲੀ ਝੂਠੀ ਗਾਥਾ ਬਣਾ ਕੇ ਭਗਵਾਨ ਦੀ ਸ਼ਕਤੀ ਦਾ ਮਖੌਲ ਉਡਾਇਆ ਹੈ। ਭਾਵ ਮੋਹਣੀ ਅਵਤਾਰ ਵਾਲੀ ਗੱਲ ਵੀ ਮਨ ਘੜਤ ਅਤੇ ਝੂਠ ਹੈ। ਸਮੇਂ ਨੂੰ ਬ੍ਰਾਹਮਣ ਨੇ ਅੱਡ-ਅੱਡ ਨਾਮ ਦੇ 4 ਯੁੱਗਾਂ ਵਿੱਚ ਵੰਡ ਕੇ ਹਰੇਕ ਯੁੱਗ ਦੇ ਅਵਤਾਰ ਥਾਪੇ ਹੋਏ ਹਨ। ਅਜਿਹੀ ਵੰਡ ਅਤੇ ਅਵਤਾਰਾਂ ਵਾਲੇ ਭਰਮ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਇਉਂ ਹੈ: ਸਾਮ ਕਹੇ ਸੇ ਤਾਂਬਰ ਸੁਆਮੀ, ਸੱਚ ਮੈਂ ਆਛੈ ਸਾਚ ਰਹੇ, ਸਭ ਕੋ ਸੱਚ ਸਮਾਵੈ, ਰਿਗ ਕਹੇ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲਿਆ ਪਰਾਸ਼ਤ ਜਾਹੇ, ਨਾਨਕ ਤਉ ਮੁਖ ਅੰਤਰ ਪਾਹੇ, ਜੁਜ ਮੈਂ ਜੋਰ ਸ਼ਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ बन में रंग किया, काल में वेद अथर्वण हुआ, नाव खुदाई अल्लाह पया, नील बस्तर ले कपड़े पहरे, तुर्क पठानी अमल किया, चारे वेद होए सचियार, पढ़े गुणे 3-4 विचार, भाओ भगत कर नीच सदाए, तौ नानक मुख अंतर पाए। पन्ना 470। अर्थ ਸ਼ਾਮਵੇਦ ਆਖਦਾ ਹੈ ਕਿ ਭਾਵ ਸਤਜੁਗ ਵਿੱਚ ਜਗਤ ਦੇ ਮਾਲਕ ਸੁਆਮੀ ਦਾ ਨਾਮ ਸਿਤੰਬਰ ਪ੍ਰਸਿੱਧ ਹੈ। ਭਾਵ ਤਦੋਂ ਰੱਬ ਦੀ ਸਿਤੰਬਰ ਮੰਨ ਕੇ ਪੂਜਾ ਹੋ ਰਹੀ ਸੀ, ਜੋ ਸਦਾ ਸੱਚ ਵਿੱਚ ਟਿਕਿਆ ਰਹਿੰਦਾ ਹੈ। ਤਦੋਂ ਹਰੇਕ ਜੀਵ ਸੱਚ ਵਿੱਚ ਲੀਨ ਹੁੰਦਾ ਹੈ। ਜਦੋਂ ਆਮ ਤੌਰ ਤੇ ਹਰੇਕ ਜੀਵ ਸੱਚ ਵਿੱਚ ਅਤੇ ਧਰਮ ਵਿੱਚ ਦ੍ਰਿੜ ਸੀ, ਤਦੋਂ ਸਤਜੁਗ ਵਰਤ ਰਿਹਾ ਸੀ। ਰਿਗਵੇਦ ਆਖਦਾ ਹੈ ਕਿ ਤ੍ਰੇਤਾ ਯੁੱਗ ਵਿੱਚ ਰਾਮ ਜੀ ਦਾ ਨਾਮ ਹੀ ਸਾਰੇ ਦੇਵਤਿਆਂ ਵਿੱਚ ਸੂਰਜ ਵਾਂਗ ਚਮਕਦਾ ਸੀ। ਉਹ ਸਭ ਥਾਈਂ ਵਿਆਪਕ ਹੈ। ਹੇ ਨਾਨਕ ਦਾ ਹੈ ਨਾਮ ਲਿਆ ਹੀ ਪਾਪ ਦੂਰ ਹੋ ਜਾਂਦੇ ਹਨ ਅਤੇ ਜੀਵ ਤਦੋਂ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਯਜੁਰਵੇਦ ਵਿੱਚ ਦੁਆਪਰ ਵਿੱਚ ਜਗਤ ਦੇ ਮਾਲਕ ਦਾ ਨਾਮ ਸਾਮਲਾ ਜਾਦਮ ਕ੍ਰਿਸ਼ਨ ਪ੍ਰਸਿੱਧ ਹੋ ਗਿਆ, ਜਿਸ ਨੇ ਜ਼ੋਰ ਨਾਲ ਚੰਦਰਾਵਲੀ ਨੂੰ ਛਲ ਲਿਆਂਦਾ, ਜਿਸ ਨੇ ਆਪਣੀ ਗੋਪੀ ਸਤਿਆਭਾਮਾ ਦੀ ਖਾਤਰ ਪਾਰਜਾਤ ਰੁੱਖ ਇੰਦਰ ਦੇ ਬਾਗ ਵਿੱਚੋਂ ਲੈ ਆਂਦਾ ਅਤੇ ਜਿਸ ਨੇ ਬਿੰਦਰਾਬਨ ਵਿੱਚ ਕੌਤਕ ਵਰਤਾਇਆ। ਗੁਰਦੇਵ ਜੀ ਉਸ ਕ੍ਰਿਸ਼ਨ ਦਾ ਜ਼ਿਕਰ ਕਰ ਰਹੇ ਹਨ, ਜਿਸ ਨੂੰ ਰੱਬ ਆਖ ਕੇ ਉਸ ਦੇ ਨਾਮ ਨਾਲ ਅਜਿਹੀਆਂ ਕਹਾਣੀਆਂ ਜੋੜ ਕੇ ਪ੍ਰਚਾਰੀਆਂ ਹੋਈਆਂ ਸਨ ਅਤੇ ਭੋਲੇ ਭਾਲੇ ਲੋਕ ਉਸ ਨੂੰ ਹੀ ਰੱਬ ਮੰਨ ਕੇ ਪੂਜਦੇ ਸਨ। ਕ੍ਰਿਸ਼ਨ ਦਾ ਜ਼ਿਕਰ ਕਰਦਿਆਂ ਇਹ ਨਹੀਂ ਫਰਮਾਇਆ ਕਿ ਉਸ ਸਮੇਂ ਦੇ ਲੋਕ ਧਰਮੀ ਸਨ ਅਥਵਾ ਸੱਚ ਬੋਲਣ ਵਾਲੇ ਸਨ ਜਾਂ ਆਪਣੀ ਮੁਕਤੀ ਵਾਸਤੇ ਪ੍ਰਭੂ ਦਾ ਨਾਮ ਸਿਮਰਨ ਵਾਲੇ ਸਨ। ਸਿਰਫ ਪ੍ਰਚਲਿਤ ਕਹਾਣੀਆਂ ਵੱਲ ਹੀ ਇਸ਼ਾਰਾ ਕੀਤਾ ਹੈ। ਕਲਯੁਗ ਵਿੱਚ
ਅਥਰਬਣ ਵੇਦ ਪ੍ਰਦਾਨ ਹੋ ਗਿਆ ਹੈ। ਜਗਤ ਦੇ ਮਾਲਕ ਦਾ ਨਾਮ ਖੁਦਾਏ ਤੇ ਅੱਲਾ ਵੱਜਣ ਲੱਗ ਪਿਆ। ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ, ਜਿਨ੍ਹਾਂ ਨੇ ਨੀਲੇ ਰੰਗ ਦਾ ਬਸਤਰ ਲੈ ਕੇ ਕੱਪੜੇ ਪਾਏ ਹੋਏ ਹਨ। ਖਿਆਲ ਰਹੇ, ਕਿਉਂਕਿ ਮੁਸਲਮਾਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਰੱਬ ਨਹੀਂ ਸੀ ਕਿਹਾ, ਇਸ ਕਾਰਨ ਉਸ ਦਾ ਨਾਮ ਸਤਿਗੁਰਾਂ ਨਹੀਂ ਲਿਆ। ਇੱਧਰ ਬ੍ਰਾਹਮਣ ਨੇ ਕਥਿਤ ਅਵਤਾਰਾਂ ਨੂੰ ਰੱਬ ਕਰਕੇ ਮਸ਼ਹੂਰ ਕਰ ਦਿੱਤਾ ਹੋਇਆ ਸੀ, ਇਸ ਲਈ ਉਹ ਨਾਮ ਆਏ ਹਨ। ਸਤਿਗੁਰਾਂ ਨੇ ਸਿਰਫ ਉਹੀ ਨਾਮ ਲਿਖੇ ਹਨ ਜੋ ਲੋਕਾਂ ਨੇ ਅਕਾਲ ਪੁਰਖ ਨੂੰ ਦਿੱਤੇ ਹੋਏ ਸਨ। ਕ੍ਰਿਸ਼ਨ ਜੀ ਦੇ ਰੰਗ ਤਮਾਸ਼ਿਆਂ ਦਾ ਜ਼ਿਕਰ ਅਗਲੇ ਸਫ਼ਿਆਂ ਤੇ ਖੋਲ੍ਹ ਕੇ ਕੀਤਾ ਗਿਆ ਹੈ। ਚਾਰੇ ਵੇਦ ਸੱਚੇ ਹੋ ਗਏ, ਭਾਵ ਚੌਹਾਂ ਹੀ ਯੁੱਗਾਂ ਵਿੱਚ ਜਗਤ ਦੇ ਮਾਲਕ ਦਾ ਨਾਮ ਵੱਖੋ ਵੱਖਰਾ ਰਿਹਾ ਹੈ। ਹਰੇਕ ਸਮੇਂ ਇਹੀ ਖਿਆਲ ਬਣਿਆ ਰਿਹਾ ਹੈ ਕਿ ਜੋ ਮਨੁੱਖ ਸਿਤੰਬਰ, ਰਾਮ, ਕ੍ਰਿਸ਼ਨ ਤੇ ਅੱਲਾ ਆਖ ਕੇ ਜਪੇਗਾ ਉਹੀ ਮੁਕਤੀ ਪਾਵੇਗਾ, ਅਤੇ ਜੋ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦੇ ਵਿਚਾਰਦੇ ਹਨ, ਭਾਵ ਆਪੋ ਆਪਣੇ ਸਮੇਂ ਵਿੱਚ ਜੋ ਮਨੁੱਖ ਇਸ ਉਪਰੋਕਤ ਯਕੀਨ ਨਾਲ ਆਪਣੇ ਧਰਮ ਪੁਸਤਕ ਪੜ੍ਹਦੇ ਤੇ ਵਿਚਾਰਦੇ ਰਹੇ ਹਨ, ਉਹ ਹੋਏ ਵੀ ਚੰਗੀਆਂ ਜੁਗਤੀਆਂ ਵਾਲੇ ਹਨ। ਗੁਰੂ ਨਾਨਕ ਜੀ ਫਰਮਾਨ ਕਰਦੇ ਹਨ, ਜਦੋਂ ਮਨੁੱਖ ਪ੍ਰੇਮ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਅਖਵਾਉਂਦਾ ਹੈ, ਭਾਵ ਹੰਕਾਰ ਤੋਂ ਬਚਿਆ ਰਹਿੰਦਾ ਹੈ, ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ। ਆਖਰੀ ਤੁਕ ਵਿੱਚ ਗੁਰਦੇਵ ਜੀ ਨੇ ਆਪਣਾ ਸਿਧਾਂਤ ਦੱਸ ਕੇ ਅਵਤਾਰਾਂ ਦੇ ਰੂਪ ਵਿੱਚ ਆਇਆਂ ਨੂੰ ਰੱਬ ਮੰਨਣ ਦਾ ਖੰਡਨ ਕਰ ਦਿੱਤਾ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਲੇਖਕ ਗੁਰਬਖਸ਼ ਸਿੰਘ ਕਾਲਾ, ਅਫਗਾਨਾ, ਚੌਥੇ ਕਾਂਡ ਦਾ 11ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।